ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸ਼੍ਰੇਣੀ 10ਵੀਂ ਸਮਾਜਿਕ ਸਿੱਖਿਆ ਦੀ ਪਾਠ ਪੁਸਤਕ ਭੂਗੋਲ ਦੇ ਵਿੱਚੋਂ ਪਾਠ 2 ਜੈਵਿਕ ਭੂਗੋਲ ਦੇ ਬਾਰੇ ਜੋ ਕਿ ਅਸੀਂ ਪਿਛਲੇ ਹਫਤੇ ਆਪਣੇ ਲੈਕਚਰ ਵਿੱਚ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਉਹਨਾਂ ਬਾਰੇ ਕੁਝ ਹੋਰ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ। ਹੁਣ ਅਸੀਂ ਉਹਦੇ ਵਿੱਚੋਂ ਉਹਦੀ ਲਗਾਤਾਰਤਾ ਦੇ ਵਿੱਚ ਅਸੀਂ ਉਹ ਚੀਜ਼ਾਂ ਕਰਨ ਜਾ ਰਹੇ ਹਾਂ ਜਿਹੜੀਆਂ ਅਧਿਕ ਹੁੰਦੀਆਂ, ਜੈਵਿਕ ਭਿੰਨਤਾ ਤੋਂ ਬਿਲਕੁਲ ਅਲੱਗ ਹੁੰਦੀਆਂ। ਉਹ ਵੀ ਵਿਰਾਸਤੀ ਸਾਡੀ ਆਪਣੀ ਵਿਰਾਸਤ ਦਾ ਇੱਕ ਹਿੱਸਾ ਹੈ। ਉਹਦੀ ਲਗਾਤਾਰਤਾ ਦੇ ਵਿੱਚ ਅੱਜ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਯੂਨੈਸਕੋ ਦੇ ਵਿਰਾਸਤੀ ਮਹੱਤਵ ਵਾਲੇ ਸਥਾਨ, ਜਿਹੜੇ ਕਿ ਯੂਨੈਸਕੋ ਮੀਨਸ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਇਹਦਾ ਫੁੱਲ ਫਾਰਮ ਹੈ। ਇਹ ਜਿਹੜਾ ਵਿਸ਼ਵ ਵਿਰਾਸਤੀ ਸੰਮੇਲਨ ਸੀਗਾ ਇਹ 1972 ਵਿੱਚ ਲਾਗੂ ਹੋਇਆ। ਇਹ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਕੁਦਰਤੀ ਤੇ ਸੱਭਿਆਚਾਰਕ ਮਹੱਤਵ ਵਾਲੇ ਸਥਾਨਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਇੱਕ ਦਸਤਾਵੇਜ਼ ਦੇ ਵਿੱਚ ਸ਼ਾਮਿਲ ਕਰਦਾ ਹੈ। ਇਹ ਕਨਵੈਨਸ਼ਨ ਮੈਂਬਰ ਵਿਰਾਸਤੀ ਸਥਾਨਾਂ ਦੀ ਸਾਂਭ ਸੰਭਾਲ ਦੀ ਸੁਰੱਖਿਆ ਦੇ ਲਈ ਜਵਾਬਦੇਹੀ ਤੈਅ ਕਰਦੀ ਹੈ। ਇਹ ਸਿਰਫ ਆਪਣੀ ਸਰਹੱਦਾਂ ਦੇ ਅੰਦਰ ਹੀ ਨਹੀਂ, ਉਹਨਾਂ ਕੁਦਰਤੀ ਸਥਾਨਾਂ ਦੀ ਸਾਂਭ ਸੰਭਾਲ ਕਰਦੀ ਹੈ, ਬਲਕਿ ਉਹ ਤੋਂ ਬਾਹਰ ਵੀ ਜਿਹੜੀ ਉਹਦੀ ਕੁਦਰਤੀ ਸੁੰਦਰਤਾ ਹੈ ਉਹਨੂੰ ਬਰਕਰਾਰ ਰੱਖਦੇ ਹੈ, ਉਹਦੇ ਲਈ ਪਲੈਨਿੰਗ ਕਰਦੇ ਹੈ, ਫੰਡ ਖਰਚਦੇ ਹੈ ਤੇ ਸਮੇਂ-ਸਮੇਂ ਦੇ ਵਿੱਚ ਫੰਡ ਰਿਲੀਜ਼ ਵੀ ਕਰਦੇ ਹੈ। ਅਸੀਂ ਯੂਨੈਸਕੋ ਦੇ ਇਹਨਾਂ ਵਿਰਾਸਤੀ ਮਹੱਤਵ ਵਾਲੇ ਸਥਾਨ ਦੇ ਬਾਰੇ ਤੁਹਾਡੇ ਨਾਲ ਕੁਝ ਸਥਾਨਾਂ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਹੋਰ ਸਾਂਝੇ ਕਰਾਂਗੇ। ਤੇ ਸੰਸਾਰ ਦੇ ਵਿੱਚ ਕੁੱਲ ਜਿਹੜੇ ਹੈਗੇ ਆ ਉਹ 1154 ਜਿਹੜੇ ਵਿਰਾਸਤੀ ਸਥਾਨ ਹੈ, ਉਹਦੇ ਵਿੱਚ 218 ਕੁਦਰਤੀ ਵਿਰਾਸਤੀ ਵਾਲੇ ਸਥਾਨ ਹੈ ਤੇ 897 ਸੱਭਿਆਚਾਰਕ ਵਿਰਾਸਤੀ ਵਾਲੇ ਸਥਾਨ ਹੈ ਤੇ ਮਿਲੇ ਜੁਲੇ ਹੈ ਜਿਹੜੇ ਉਹ ਵਿੱਚ ਹੀ ਕੁਦਰਤੀ ਨੂੰ ਤੇ ਸੱਭਿਆਚਾਰਕ ਨੂੰ ਪ੍ਰੈਜ਼ੈਂਟ ਕਰਦੇ ਹੈ, ਉਹ ਹੈ 39। ਚੀਨ ਤੇ ਇਟਲੀ ਦੋਵਾਂ ਦੇਸ਼ਾਂ ਦੇ ਵਿੱਚ 55 ਵਿਰਾਸਤੀ ਸਥਾਨ ਹੈ ਤੇ ਭਾਰਤ ਦੇ ਵਿੱਚ ਜਿਹੜੇ ਹੈ ਉਹ 40 ਯੂਨੈਸਕੋ ਦੁਆਰਾ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ, ਉਹ 40 ਸੱਭਿਆਚਾਰਕ ਵਿਰਾਸਤੀ ਕੇਂਦਰ ਹੈ। ਉਹਦੇ ਵਿੱਚ ਸਾਰੀਆਂ ਚੀਜ਼ਾਂ ਸ਼ਾਮਿਲ ਹੈ, ਚਾਹੇ ਉਹ ਜਿਵੇਂ ਇੱਕ ਉਦਾਹਰਣ ਦੇ ਤੌਰ ਤੇ ਵੀ ਤੁਹਾਨੂੰ ਦਿੱਤਾ ਹੋਇਆ ਕਾਜ਼ੀਰੰਗਾ ਨੈਸ਼ਨਲ ਪਾਰਕ ਹੈ, ਸਨ ਟੈਂਪਲ ਹੈ, ਜੰਤਰ ਮੰਤਰ ਹੈ। ਇਹ ਸਾਰੇ ਮਿਲੇ ਜੁਲੇ ਇਹਦੇ ਵਿੱਚ ਕੁਦਰਤੀ ਵੀ ਆ ਜਾਂਦਾ ਹੈ, ਜਿਵੇਂ ਕਾਜ਼ੀਰੰਗਾ ਹੈ ਕੁਦਰਤੀ ਨੈਸ਼ਨਲ ਪਾਰਕ ਹੈ, ਠੀਕ ਹੈ। ਸਨ ਟੈਂਪਲ ਹੈ ਉਹ ਸੱਭਿਆਚਾਰਕ ਵਿਰਾਸਤੀ ਵਾਲਾ ਸਥਾਨ ਹੈ ਤੇ ਯੂਨੈਸਕੋ ਨੇ ਜਿਵੇਂ ਕਿ ਆ ਸਾਰੇ ਦਿੱਤੇ ਹੋਏ ਹੈ, ਸਾਨੂੰ 40 ਕੁਦਰਤੀ ਵਿਰਾਸਤੀ ਜਿਹੜੇ ਕੇਂਦਰ ਹੈ ਉਹਨਾਂ ਨੂੰ ਸ਼ਾਮਿਲ ਕੀਤਾ ਹੈ ਤੇ ਇਹਦੇ ਵਿੱਚ ਮੇਨ ਉਦਾਹਰਣ ਤੁਹਾਡੇ ਸਾਹਮਣੇ ਸਨ ਟੈਂਪਲ, ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਜੰਤਰ ਮੰਤਰ, ਇਹ ਸਾਰੀਆਂ ਚੀਜ਼ਾਂ ਯੂਨੈਸਕੋ ਦੁਆਰਾ ਵਿਰਾਸਤੀ ਮਹੱਤਵ ਦੇਣ ਵਾਲੀਆਂ ਜਗ੍ਹਾ ਹੈ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੀ ਰਾਜਧਾਨੀ, ਇਹਨੂੰ ਵੀ ਇੱਕ ਕੁਦਰਤੀ ਵਿਰਾਸਤ ਦਾ ਦਰਜਾ ਮਿਲਿਆ ਹੈ ਤੇ ਜਿਹੜੀ ਕਿ ਪੰਜਾਬ ਦੀ ਰਾਜਧਾਨੀ ਹੈ ਇਸ ਨੂੰ 2016 ਦੇ ਵਿੱਚ ਵਿਰਾਸਤੀ ਸਥਾਨ ਦਾ ਦਰਜਾ ਮਿਲਿਆ ਹੈ ਤੇ ਇਹ ਜਿਹੜਾ ਸ਼ਹਿਰ ਹੈ 100 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬਹੁਤ ਸਾਰੇ ਸਥਾਨ ਹੈ, ਜਿਵੇਂ ਸੈਕਟਰੀਏਟ ਬਿਲਡਿੰਗ, ਜਿਵੇਂ ਤੁਹਾਡੇ ਸਾਹਮਣੇ ਤੁਹਾਨੂੰ ਆ ਦਿਖਾਈ ਦੇ ਰਹੀ ਹੈ ਸੈਕਟਰੀਏਟ ਬਿਲਡਿੰਗ ਹੈ ਤੇ ਸੁਖਨਾ ਝੀਲ ਨੂੰ ਵੀ ਇਹਦਾ ਹਿੱਸਾ ਬਣਾਇਆ ਗਿਆ ਹੈ, ਠੀਕ ਹੈ। ਉਹਦੇ ਵਿੱਚ ਸ਼ਹੀਦੀ ਸਮਾਰਕ ਵੀ ਸ਼ਾਮਿਲ ਹੈ, ਸੈਕਟਰੀਏਟ, ਹਾਈ ਕੋਰਟ, ਇਹ ਸਾਰੀਆਂ ਚੀਜ਼ਾਂ ਰਾਜਧਾਨੀ ਕੰਪਲੈਕਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਹੈ। ਇਹਨਾਂ ਨੂੰ 2016 ਦੇ ਵਿੱਚ ਇਸ ਵਿਰਾਸਤੀ ਸਥਾਨ ਨੂੰ ਮਾਨਤਾ ਦਿੱਤੀ ਗਈ। ਅੱਗੇ ਹੈ ਯੂਨੈਸਕੋ ਦੇ ਅਮੂਰਤ ਅਦਿੱਖ, ਵੀ ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ, ਇਹ ਹੁਨਰ ਦੇ ਤੌਰ ਤੇ ਉਹਨਾਂ ਨੇ ਮਹੱਤਵ ਨੂੰ ਪਹਿਚਾਣਿਆ ਹੈ। ਉਹ ਵਾਲੇ ਸਥਾਨ ਹੁੰਦੇ ਆ, ਇਹ ਸੱਭਿਆਚਾਰਕ ਪ੍ਰਗਟਾਵੇ ਦੇ ਨਹੀਂ ਸਗੋਂ ਹੁਨਰ ਦੀ ਦੌਲਤ ਤੋਂ ਮਾਲਾ ਮਾਲ ਹੁੰਦੇ ਆ। ਇਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ ਆ। ਇਹ ਜਿਹੜੀਆਂ ਸਾਰੀਆਂ ਚੀਜ਼ਾਂ, ਜਿਹੜਾ ਹੁਨਰ ਹੈ ਉਹਨਾਂ ਨੇ ਆਪਣੇ ਵੱਡੇ ਵਡੇਰਿਆਂ ਤੋਂ ਸਿੱਖਿਆ ਹੁੰਦਾ ਹੈ ਤੇ ਇਹ ਸਾਰੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਇਹ ਫਰਜ਼ ਬਣਦਾ ਹੈ ਕਿ ਇਹਨਾਂ ਦੇ ਹੁਨਰਾਂ ਦੇ ਵਿਕਾਸ ਦੇ ਪ੍ਰਸਾਰ ਲਈ ਕੰਮ ਕੀਤਾ ਜਾਏ, ਕਿਉਂਕਿ ਇਹ ਜਿਹੜੇ ਹੁਨਰ ਹੈ ਇਹ ਸਥਾਨਕ ਵਾਤਾਵਰਣ ਦੇ ਵਿੱਚ ਵਿਕਸਿਤ ਹੁੰਦੇ ਆ ਤੇ ਇਹ ਸਮਾਜਿਕ ਏਕਤਾ ਨੂੰ ਬਣਾਈ ਰੱਖਣ ਵਿੱਚ ਵੀ ਸਹਾਈ ਹੁੰਦੇ ਆ।
ਤੇ ਸਾਡੇ ਦੇਸ਼ ਜਾਂ ਰਾਜਾਂ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਵਿਲੱਖਣ ਹੁਨਰ ਵਾਲੇ ਜਿਹੜੇ ਲੋਕ ਹੈ, ਠੀਕ ਹੈ, ਉਹਨਾਂ ਨੂੰ ਸਮਾਜ ਦਾ ਇੱਕ ਅਹਿਮ ਹਿੱਸਾ ਮੰਨ ਲਿਆ ਜਾਣਾ ਚਾਹੀਦਾ ਹੈ। ਇਹ ਵੀ ਸਾਰੇ ਯੂਨੈਸਕੋ ਦੁਆਰਾ ਅਦਿੱਖ ਜਾਂ ਅਮੂਰਤ ਮਹੱਤਵ ਵਾਲੇ ਸਥਾਨਾਂ ਦੇ ਵਿੱਚ ਆਂਦਾ ਹੈ। ਤੇ ਇਹਦੇ ਵਿੱਚ ਆਪਾਂ ਕਰਾਂਗੇ ਤੇ ਯੂਨੈਸਕੋ ਨੇ ਸਾਡੇ ਭਾਰਤ ਦੇ 13 ਅਦਿੱਖ ਸੱਭਿਆਚਾਰਕ ਵਿਰਾਸਤੀ ਵਾਲੇ ਸਥਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਹਦੇ ਵਿੱਚ ਜਿਵੇਂ ਕਿ ਮੋਟਾ ਅਗਰ ਆਪਾਂ ਲੈ ਲਈਏ ਵੈਦਿਕ ਮੰਤਰਾਂ ਦਾ ਉਚਾਰਨ ਹੈ, ਰਵਾਇਤੀ ਰਾਮਲੀਲਾ ਹੋ ਗਈ, ਕੇਰਲ ਦੇ ਨ੍ਰਿਤ ਹੋ ਗਏ, ਮਣੀਪੁਰ ਦਾ ਹੋ ਗਿਆ, ਮੁਸਲਮਾਨ ਭਾਈਚਾਰੇ ਦੇ ਤਿਉਹਾਰ ਹੋ ਗਏ, ਕੁੰਭ ਦਾ ਮੇਲਾ। ਇਹ ਯੂਨੈਸਕੋ ਨੇ 13 ਜਿਹੜੇ ਸਾਡੇ ਸੱਭਿਆਚਾਰਕ ਅਦਿੱਖ ਵਾਲੇ ਤੱਤ ਜਿਹੜੇ ਸੀਗੇ ਉਹ ਸ਼ਾਮਿਲ ਕੀਤੇ ਗਏ ਸੀਗੇ। ਤੇ ਯੂਨੈਸਕੋ ਨੂੰ ਉਹ ਮਾਨਤਾ ਦੇਣ ਲਈ ਉਹਦੇ ਲਈ ਰਾਜਾਂ ਨੂੰ ਇੱਕ ਡੋਜ਼ੀਅਰ ਜਮ੍ਹਾਂ ਕਰਵਾਉਣਾ ਹੁੰਦਾ ਹੈ ਯੂਨੈਸਕੋ ਦੇ ਕੋਲ, ਆਪਣੀ ਪੱਖ ਨੂੰ ਰੱਖਣ ਵਾਸਤੇ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਵਿਰਾਸਤ ਦੇ ਖੇਤਰ ਵਿੱਚ ਸ਼ਾਮਿਲ ਕੀਤਾ ਜਾਏ। ਡੋਜ਼ੀਅਰ ਹੁੰਦਾ ਹੈ ਫਾਈਲ ਆਫ ਡਾਕੂਮੈਂਟਸ, ਮਤਲਬ ਕਿ ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਇਹਨਾਂ ਸਾਰੀਆਂ ਚੀਜ਼ਾਂ ਵਾਲੇ ਜਾਣਕਾਰੀ ਹੈ ਯੂਨੈਸਕੋ ਨੂੰ ਦੇਣੀ ਪੈਂਦੀ ਹੈ। ਯੂਨੈਸਕੋ ਨੇ ਉਹਨਾਂ 13 ਦੇ ਵਿੱਚੋਂ ਸਾਨੂੰ 5 ਖੇਤਰਾਂ ਨੂੰ ਵਰਗੀਕ੍ਰਿਤ ਕੀਤਾ ਸੀਗਾ, ਜਿਵੇਂ ਜ਼ੁਬਾਨੀ ਚੱਲਦੇ ਆ ਰਹੇ ਰੀਤੀ ਰਿਵਾਜ, ਭਾਸ਼ਾ ਨੂੰ ਵਿਰਾਸਤ ਦਾ ਵਾਹਕ ਮੰਨਿਆ ਜਾਂਦਾ ਹੈ, ਕਲਾਤਮਕ ਪ੍ਰਦਰਸ਼ਨ, ਸਮਾਜਿਕ ਰਿਵਾਜ ਤੇ ਲੋਕ ਤਿਉਹਾਰ, ਕੁਦਰਤ ਅਤੇ ਬ੍ਰਹਿਮੰਡ ਨਾਲ ਸੰਬੰਧਿਤ ਗਿਆਨ ਤੇ ਅਮਲ ਤੇ ਰਵਾਇਤੀ ਕਾਰਾਗਰੀ, ਜਿਹਦੇ ਚ ਕਰਾਫਟ ਆਉਂਦਾ ਹੈ, ਚਾਹੇ ਉਹ ਲੱਕੜ ਦੇ ਉੱਤੇ ਕੀਤੀ ਹੈ ਕਾਸ਼ਤਕਾਰੀ, ਚਾਹੇ ਉਹ ਪੱਥਰ ਦੇ ਉੱਤੇ ਕੀਤੀ ਹੈ, ਚਾਹੇ ਉਹ ਧਾਗੇ ਨਾਲ ਕੀਤੀ ਗਈ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਯੂਨੈਸਕੋ ਹੈ ਉਹ ਮਾਨਤਾ ਦਿੰਦਾ ਹੈ। ਠੀਕ ਹੈ, ਅੱਗੇ ਆਪਾਂ ਹੁਣ ਗੱਲ ਕਰਦੇ ਹਾਂ ਭਾਰਤ ਦੇ ਜੀਵ ਖੇਤਰਾਂ ਵਾਲੇ। ਭਾਰਤ ਸਰਕਾਰ ਨੇ 18 ਜੀਵ ਖੇਤਰ ਰੱਖਾਂ ਸਥਾਪਿਤ ਕੀਤੀਆਂ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਜਿਹੜੇ ਜੀਵ ਖੇਤਰ ਰਾਸ਼ਟਰੀ ਪਾਰਕਾਂ ਦੇ ਮੁਕਾਬਲੇ ਵੱਡੇ ਖੇਤਰਾਂ ਵਿੱਚ ਫੈਲੇ ਹੁੰਦੇ ਆ। ਇਹਦੇ ਵਿੱਚ ਬਨਸਪਤੀ ਤੇ ਜੀਵ ਜੰਤੂਆਂ ਨੂੰ ਕੁਦਰਤੀ ਵਾਤਾਵਰਣ ਦੇ ਵਿੱਚ ਰੱਖਿਆ ਜਾਂਦਾ ਹੈ। ਉਹਨਾਂ ਨੂੰ ਉਹ ਸਾਰਾ ਵਾਤਾਵਰਣ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਕਿ ਉਹ ਆਪਣਾ ਜੀਵਨ ਬਹੁਤ ਹੀ ਚੰਗੀ ਤਰ੍ਹਾਂ ਜਾਂ ਕੁਦਰਤੀ ਤਰੀਕੇ ਨਾਲ ਉਹ ਜੀ ਸਕਦੇ ਆ। ਉਦਾਹਰਣ ਦੇ ਤੌਰ ਤੇ ਜਿਵੇਂ ਆਪਾਂ ਲੈ ਲੈਂਦੇ ਹਾਂ ਕੰਚਨਜੰਗਾ ਜੀਵ ਰਿਜ਼ਰਵ, ਜੋ ਕਿ 8586 ਮੀਟਰ ਵਿੱਚ ਫੈਲਿਆ ਹੋਇਆ। ਇਹ ਭਾਰਤ ਦਾ ਬਹੁਤ ਵੱਡਾ ਜੀਵ ਖੇਤਰ ਹੈ। ਅੱਗੇ ਆਪਾਂ ਗੱਲ ਕਰਦੇ ਹਾਂ, ਜਿਵੇਂ ਮੋਟੇ 40 ਜੀਵ ਖੇਤਰਾਂ ਦਾ ਜ਼ਿਕਰ ਕੀਤਾ ਹੈ, ਜਿਹਦੇ ਵਿੱਚ ਕੋਲ ਡੈਜ਼ਰਟ, ਨੰਦਾ ਦੇਵੀ, ਕੰਚਨਜੰਗਾ, ਠੀਕ ਹੈ, ਦਬੰਗ, ਡਿਬਰੂਗੜ੍ਹ, ਠੀਕ ਹੈ, ਇਹ ਪੰਚਮੀਰੀ, ਇਹ ਨੀਲਗਿਰੀ ਦੀਆਂ ਪਹਾੜੀਆਂ ਹੋ ਗਈਆਂ, ਗ੍ਰੇਟ ਨਿਕੋਬਾਰ, ਗਲਫ ਆਫ ਮਨਾਰ, ਇਹ ਸਾਰੀਆਂ 40 ਹੈ ਜਿਹੜੇ ਉਹ ਬਾਇਓ ਰਿਜ਼ਰਵਸ ਇੰਡੀਆ ਦੇ ਸ਼ਾਮਿਲ ਕੀਤੇ ਗਏ ਹੈ, ਜਿਨ੍ਹਾਂ ਦਾ ਜ਼ਿਕਰ ਜਿਵੇਂ ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਜੀਵ ਰੱਖਿਅਕ ਖੇਤਰ ਦੇ ਵਿੱਚ ਆਉਂਦੀਆਂ। ਅੱਗੇ ਹੈ ਭਾਰਤ ਦੇ ਜੰਗਲਾਤ ਦੇ ਵਾਤਾਵਰਣ ਜਾਂ ਕਹਿ ਲਓ ਬਾਇਓਸਫੀਅਰ ਰਿਜ਼ਰਵ ਵਿੱਚ ਹੇਠ ਲਿਖੇ ਥਾਵਾਂ ਨੂੰ ਵੀ ਹੋਰ ਜ਼ਿਆਦਾ ਵੀ ਇਹਨਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਏ, ਜਿਵੇਂ ਅਬੂਜ਼ਮੜ ਹੈ, ਇਹ ਛੱਤੀਸਗੜ੍ਹ ਦਾ ਇੱਕ ਹਿੱਸਾ ਹੈ, ਅੰਡੇਮਾਨ ਨਿਕੋਬਾਰ ਉੱਤਰੀ ਦੀਪ, ਚਿੰਤਾਮਲੀ, ਕਾਨਾ, ਕਵਲਮ ਇਹ ਕੇਰਲ ਦੇ ਵਿੱਚ ਹੈ, ਲਕਸ਼ਦੀਪ ਜਿਹੜੇ ਇੱਥੇ ਦੀਪ ਸਮੂਹ ਆਪਾਂ ਨੂੰ ਦਿਖਦੇ ਹੈ, ਕੱਛ ਦਾ ਛੋਟਾ ਰਣ ਇਧਰਲੇ ਪਾਸੇ ਜਿਹੜਾ ਦਿੱਤਾ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਸ਼ਾਵੰਗਪਣੀ ਨੀਲ ਪਰਬਤ ਮਿਜ਼ੋਰਮ ਦੇ ਵਿੱਚ ਹੈ, ਠੀਕ ਹੈ, ਨਾਮਡਾਫਾ ਇਹ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ, ਤੇ ਸਿੰਘਭੂਮ ਜਿਹੜਾ ਕਿ ਝਾਰਖੰਡ ਦਾ ਇੱਕ ਹਿੱਸਾ ਹੈ। ਇਹਨਾਂ ਨੂੰ ਵੀ ਸਹਿਮਤੀ ਪ੍ਰਗਟਾਈ ਹੈ ਕਿ ਇਹਨਾਂ ਜਿਹੜੇ ਵਾਲੇ ਖੇਤਰ ਹੈ ਇਹਨਾਂ ਨੂੰ ਵੀ ਬਾਇਓਸਫੀਅਰ ਰਿਜ਼ਰਵ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕੁਦਰਤੀ ਅਜੂਬਿਆਂ ਵਗੈਰਾ। ਉਹ ਅਜੂਬੇ ਜਿਹੜੇ ਕਿ ਕੁਦਰਤ ਨੇ ਨਹੀਂ ਦਿੱਤੇ, ਇਹ ਮਨੁੱਖ ਦੁਆਰਾ ਨਿਰਮਿਤ ਹੈ। ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ, ਤਾਜ ਮਹਿਲ ਹੈ, ਸਟੈਚੂ ਆਫ ਲਿਬਰਟੀ ਹੈ, ਇਜਿਪਟ ਦੇ ਪਿਰਾਮਿਡ ਹੈ, ਠੀਕ ਹੈ, ਵਾਲ ਆਫ ਚਾਈਨਾ ਹੈ। ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਅਜੂਬੇ ਹੈ ਜਿਹੜੇ ਕਿ ਮਾਨਵ ਨਿਰਮਿਤ ਹੈ, ਪਰ ਮਨੁੱਖ ਦੀ ਹੋਂਦ ਤੋਂ ਪਹਿਲਾਂ ਵੀ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਕੁਦਰਤੀ ਅਜੂਬੇ ਦਿੱਤੇ ਸੀਗੇ, ਜਿਵੇਂ ਖੂਬਸੂਰਤ ਸਮੁੰਦਰੀ ਤੱਟ ਹੈ ਅਤੇ ਪਹਾੜ ਸਾਰੀ ਦੁਨੀਆ ਦੇ ਵਿੱਚ ਮਿਲਦੇ ਹੈ। ਇਹ ਕੋਈ ਮਾਨਵ ਨਿਰਮਿਤ ਨਹੀਂ ਹੈ, ਇਹ ਕੁਦਰਤ ਨੇ ਹੀ ਸਾਨੂੰ ਆਪਣੇ ਆਪ ਹੀ ਦਿੱਤੇ ਹੈ, ਇਹ ਕੁਦਰਤ ਦੁਆਰਾ ਨਿਰਮਿਤ ਹੁੰਦੇ ਹੈ ਤੇ ਇਹਦੇ ਵਿੱਚ ਮਾਨਵ ਦਾ ਕੋਈ ਯੋਗਦਾਨ ਨਹੀਂ ਹੁੰਦਾ। ਇਹ ਵੀ ਬਹੁਤ ਜ਼ਿਆਦਾ ਦੇਖਣਯੋਗ ਜਗ੍ਹਾ ਹੈ। ਤੇ ਇਹ ਸਾਰਾ ਜਿਵੇਂ ਅਰੋਰ ਬੋਰੀਅਲਸ, ਉੱਤਰੀ ਰੋਸ਼ਨੀਆਂ, ਵਿਕਟੋਰੀਆ ਝਰਨਾ, ਮਾਊਂਟ ਐਵਰੈਸਟ, ਇਹ ਸਾਰੀਆਂ ਕੁਦਰਤੀ ਥਾਵਾਂ ਹੈ ਜਿਹੜੀਆਂ ਸਾਨੂੰ ਕੁਦਰਤ ਦੇ ਵੱਲੋਂ
ਪ੍ਰਾਪਤ ਹੋਈਆਂ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਕੁਦਰਤੀ ਅਜੂਬੇ। ਭਾਰਤ ਵਿੱਚ ਹੈਰਾਨੀ ਕੁਦਰਤੀ ਨਜ਼ਾਰੇ ਤੇ ਅਜੂਬੇ ਦੇਖਣ ਨੂੰ ਮਿਲਦੇ ਆ। ਇਹ ਬਹੁਤ ਹੀ ਖੂਬਸੂਰਤ ਤੇ ਚਮਤਕਾਰੀ ਢੰਗ ਨਾਲ, ਜਿਵੇਂ ਤੁਸੀਂ ਪਿਕਚਰ 'ਚ ਦੇਖਿਆ ਹੈ, ਜਾਪਦੇ ਆ। ਇੰਨੇ ਸੋਹਣੇ ਕਿ ਕਈ ਸਥਾਨ ਤਾਂ ਬਿਨਾਂ ਟਟੋਲੇ ਹੀ ਪਏ ਹੈ। ਇਹ ਕੁਦਰਤੀ ਵਾਤਾਵਰਣ ਦੇ ਨਾਲ ਭਰਪੂਰ ਹੈ। ਇੱਥੇ ਮਾਨਵ ਦੀ ਪਹੁੰਚ ਤੋਂ ਵੀ ਬਾਹਰ ਹੈ, ਪਰ ਇਹ ਆਪਣੇ ਆਪ ਨੂੰ ਇੱਕ ਵਿਲੱਖਣ ਕਹਿ ਲਓ ਵਿਰਾਸਤ ਦਾ ਦਰਜਾ ਦਿੰਦੇ ਆ, ਜਿਹਨੂੰ ਅਜੇ ਟਟੋਲਣ ਦੀ ਲੋੜ ਹੈ। ਇਸ ਤਰ੍ਹਾਂ ਦੇ ਬਹੁਤ ਹੀ ਸਥਾਨ ਹੈ। ਥੋੜੇ ਜਿਹੇ ਸਥਾਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਜਿਹੜੇ ਕੁਦਰਤੀ ਤੌਰ ਦੇ ਭਾਰਤ ਦੇ ਵਿੱਚ ਵਿਕਸਿਤ ਹੋਏ ਹੈ। ਸਭ ਤੋਂ ਪਹਿਲਾਂ ਲੋਨਾਰ ਝੀਲ, ਇਹ ਮਹਾਰਾਸ਼ਟਰ ਦੇ ਵਿੱਚ ਹੈ। ਇਹਨੂੰ ਲੋਨਾਰ, ਜਿਵੇਂ ਤੁਸੀਂ ਦੇਖ ਰਹੇ ਹੋ ਪਿਕਚਰ ਦੇ ਵਿੱਚ, ਇਹ ਕ੍ਰੇਟਰ ਬਣਿਆ ਹੋਇਆ ਹੈ। ਇਹਨੂੰ ਲੋਨਾਰ ਕ੍ਰੇਟਰ ਵੀ ਕਿਹਾ ਜਾਂਦਾ ਹੈ। ਇਸ ਨੂੰ ਭੂ ਵਿਰਾਸਤ ਦਾ ਦਰਜਾ ਮਿਲਿਆ ਹੋਇਆ। ਇਹ ਮਹਾਰਾਸ਼ਟਰ ਦੇ ਬੁਲਡਾਣਾ ਜ਼ਿਲ੍ਹੇ ਵਿੱਚ ਹੈ। ਇਹ ਝੀਲ ਪਲੋਸਟੀਨ ਯੁੱਗ ਵਿੱਚ ਲਗਭਗ 50,000 ਸਾਲ ਪਹਿਲਾਂ ਉਲਕਾ ਦੇ ਡਿੱਗਣ ਨਾਲ ਇੱਥੇ ਵੱਡੇ ਟੋਏ ਪਏ ਸੀਗੇ, ਤਾਂ ਕਰਕੇ ਇਹ ਜਿਹੜੀ ਝੀਲ ਹੈ ਇਹ ਨਿਰਮਿਤ ਹੋਈ ਸੀਗੀ, ਹੋਂਦ ਵਿੱਚ ਆਈ ਸੀਗੀ। ਇਹ ਝੀਲ ਨੂੰ ਬਹੁਤ ਦੂਰ ਦੂਰ ਤੋਂ ਸੈਲਾਨੀ ਦੇਖਣ ਲਈ ਆਉਂਦੇ ਆ ਤੇ ਆਪਣੀ ਇੱਕ ਖੋਜ ਦਾ ਹਿੱਸਾ ਵੀ ਮੰਨਦੇ ਆ। ਇਹ ਜਿਹੜੀ ਭਾਰਤ ਦੇ ਕੁਦਰਤੀ ਅਜੂਬਿਆਂ ਵਿੱਚੋਂ ਇੱਕ ਜਿਹੜਾ ਹੈ ਉਹ ਹਿੱਸਾ ਹੈ। ਅੱਗੇ ਗੱਲ ਕਰਦੇ ਹਾਂ, ਜਿਵੇਂ ਤੁਸੀਂ ਆਹ ਪਿਕਚਰ 'ਚ ਦੇਖਿਆ ਹੋਇਆ, ਆਹ ਗੁਫਾ ਬਣੀ ਹੋਈ ਹੈ, ਬੋਰਾ ਗੁਫਾਵਾਂ। ਗੁਫਾ ਤਾਂ ਤੁਸੀਂ ਸਮਝਦੇ ਹੋ, ਇਹਨਾਂ ਨੂੰ ਬੋਰਾ ਗੁਹਾਲੂ ਉਹਨਾਂ ਦੀ ਜਨਤਕ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ। ਇਹ ਪ੍ਰਾਇਦੀਪ ਦੇ ਪੂਰਬੀ ਤੱਟ ਤੇ ਸਥਿਤ ਅਰਾਕੂ ਘਾਟੀਆਂ ਤੇ ਅਨੰਤਗਿਰੀ ਦੀਆਂ ਪਹਾੜੀਆਂ ਵਿੱਚ ਸਥਿਤ ਹੈ, ਜੋ ਕਿ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਪੈਂਦੀਆਂ ਹਨ। ਇਸ ਵਿੱਚ ਗੋਸ਼ਤਾਨੀ ਨਦੀ ਕਾਰਨ ਸਟੈਲੈਕਟਾਈਟ ਤੇ ਸਟੈਲੈਗਮਾਈਟ ਦੁਆਰਾ ਇਹ ਜਿਹੜੇ ਹੈ ਇਹ ਨਿਰਮਿਤ ਹੋਏ ਹਨ। ਸਟੈਲੈਕਟਾਈਟ ਤੇ ਸਟੈਲੈਗਮਾਈਟ ਪਿਆਰੇ ਵਿਦਿਆਰਥੀਓ ਚੂਨੇ ਤੋਂ ਨਿਰਮਿਤ ਚਟਾਨਾਂ ਹੁੰਦੀਆਂ, ਜਿਹੜੀਆਂ ਕਿ ਕਈ ਵਾਰ ਪਾਣੀ ਥੱਲੇ ਤੋਂ ਲਟਕਦਾ ਹੈ ਜਾਂ ਇਹ ਉੱਪਰ ਨੂੰ ਵਧਦੀਆਂ ਹੋਈਆਂ ਸਟੈਲੈਕਟਾਈਟ ਤੇ ਸਟੈਲੈਗਮਾਈਟ ਦੀਆਂ ਚਟਾਨਾਂ ਹੁੰਦੀਆਂ ਹਨ। ਇਹ ਬਹੁਤ ਵੱਡੇ ਸਾਇੰਟਿਸਟ ਦੇ ਲਈ, ਕਹਿ ਲਓ ਵਿਗਿਆਨੀਆਂ ਲਈ, ਇਹ ਖੋਜ ਦਾ ਬਹੁਤ ਵੱਡਾ ਕੇਂਦਰ ਬਣਿਆ ਹੋਇਆ। ਬਹੁਤ ਸਾਰੇ ਸੈਲਾਨੀ ਆਉਂਦੇ ਆ, ਜਿਸ ਦੇ ਨਾਲ ਭਾਰਤ ਨੂੰ ਇੱਕ ਬਹੁਤ ਜ਼ਿਆਦਾ, ਕਹਿ ਲਓ ਕੁਦਰਤ ਦੁਆਰਾ ਨਿਰਮਿਤ ਟੂਰਿਸਟ ਸਪੌਟ ਜਿਹੜੇ ਉਹ ਮਿਲ ਜਾਂਦਾ ਹੈ ਤੇ ਭਾਰਤ ਦੀ ਆਰਥਿਕ ਜਿਹੜੀ ਸਥਿਤੀ ਹੈ ਉਹਨੂੰ ਮਜ਼ਬੂਤ ਕਰਨ ਵਿੱਚ ਇਹ ਜਿਹੜੇ ਸਥਾਨ ਹੈ ਬਹੁਤ ਜ਼ਿਆਦਾ ਵਾਧਾ ਕਰਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਨਿਗੋਜ਼ ਦੇ ਦਰਿਆਈ ਟੋਏ। ਜਿਵੇਂ ਤੁਸੀਂ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ, ਟੋਏ ਪਏ ਹੋਏ ਹੈ, ਠੀਕ ਹੈ। ਇਹ ਜਿਹੜੇ ਟੋਏ ਹੈ ਮਹਾਰਾਸ਼ਟਰ ਦੇ ਅਹਿਮਦਨਗਰ ਦਾ ਛੋਟਾ ਜਿਹਾ ਪਿੰਡ ਹੈ। ਇਸ ਵਿੱਚ ਵਹਿੰਦੇ ਦਰਿਆਈ ਕੁੱਕੜੀ ਵਿੱਚ ਕੁਦਰਤੀ ਤਰੀਕੇ ਨਾਲ ਟੋਏ ਪਏ ਹੋਏ ਹੈ ਤੇ ਜ਼ਮੀਨ ਦੇ ਵਿੱਚ ਵੀ ਹੈ। ਜਿੱਥੇ ਟੋਏ ਹੈ ਉੱਥੇ ਪਾਣੀ ਹੈ ਤੇ ਇਹ ਜਿਹੜੇ ਟੋਏ ਹੈ ਇਹ ਕੁਦਰਤੀ ਤੌਰ ਤੇ ਹੈ। ਇਹਦੇ ਵਿੱਚ ਮਾਨਵ ਹਸਤਕਸ਼ੇਪ ਬਿਲਕੁਲ ਵੀ ਨਹੀਂ ਹੈ। ਇਹ ਸਿਰਫ ਕੁਦਰਤ ਦਾ ਹੀ ਇੱਕ ਇਹੋ ਜਿਹਾ ਚਮਤਕਾਰ ਹੈ ਜਿਹਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ ਤੇ ਇਹਨੂੰ ਜਿਹੜਾ ਮਾਨਵ ਨੇ ਟਟੋਲਿਆ ਹੈ, ਲੇਕਿਨ ਇਹ ਕੁਦਰਤ ਦੁਆਰਾ ਨਿਰਮਿਤ ਹੈ। ਅੱਗੇ ਆਪਾਂ ਗੱਲ ਕਰਦੇ ਹਾਂ, ਜਿਵੇਂ ਕਿ ਤੁਹਾਨੂੰ ਪਿਕਚਰ ਵਿੱਚ ਦੇਖਣ ਨੂੰ ਮਿਲਦਾ ਹੈ, ਗੰਡੀਕੋਟਾ ਕੈਨੀਅਨ। ਇਹ ਆਂਧਰ ਪ੍ਰਦੇਸ਼ ਦੇ ਜ਼ਿਲ੍ਹੇ ਕੁਡੱਪਾ ਵਿੱਚ ਅਮਰੀਕਾ ਦੇ ਗ੍ਰੈਂਡ ਕੈਨੀਅਨ ਵਾਂਗ ਹੀ 30 ਫੁੱਟ ਡੂੰਘੀ ਯੂ ਆਕਾਰ ਦੀ ਘਾਟੀ ਬਣੀ ਹੋਈ ਹੈ। ਆ ਦੇਖੋ, ਯੂ ਆਕਾਰ ਦੀ ਘਾਟੀ ਬਣੀ ਹੋਈ ਹੈ। ਇਹ ਮਤਲਬ ਕਿ 1000 ਸਾਲ ਤੋਂ ਵੱਧ ਪੁਰਾਣੀ ਹੈ। ਇਹ ਲਾਲ ਰੇਤਲੇ ਪੱਥਰਾਂ ਦੇ ਇਲਾਕੇ ਵਿੱਚ ਕੈਨੀਅਨ ਦੇ ਕੰਢੇ 13ਵੀਂ ਸਦੀ ਦਾ ਗੰਡੀਕੋਟਾ ਇੱਥੇ ਕਿਲਾ ਵੀ ਸਥਿਤ ਹੈ। ਇਹ ਵਿਦਿਆਰਥੀਓ ਕੁਦਰਤੀ ਤਰੀਕੇ ਨਾਲ ਬਣੇ ਹੋਏ ਅਜੂਬੇ ਹੈ। ਦੇਖੋ, ਇਹ ਮਨੁੱਖ ਦੀ ਹੋਂਦ ਤੋਂ ਵੀ ਪਹਿਲਾਂ ਸਾਡੇ ਸੱਭਿਆਚਾਰ ਦਾ ਇੱਕ ਹਿੱਸਾ ਬਣ ਗਏ ਸੀਗੇ। ਇਹਦੇ ਵਿੱਚ ਉਹ ਸਾਰੇ ਕੁਦਰਤੀ ਨਜ਼ਾਰੇ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਦੀ ਮਨੁੱਖ ਹੈ ਜਿਹੜਾ ਉਹ ਕਲਪਨਾ ਵੀ ਨਹੀਂ ਕਰ ਸਕਦਾ। ਅੱਗੇ ਆਪਾਂ ਗੱਲ ਕਰਦੇ ਹਾਂ ਪਿਆਰੇ ਵਿਦਿਆਰਥੀਓ, ਲੋਕਟਾਕ ਝੀਲ। ਜਿਹੜੀ ਲੋਕਟਾਕ ਝੀਲ ਹੈ ਇਹ ਉੱਤਰੀ ਪੂਰਬੀ ਵਿੱਚ ਸਭ ਤੋਂ ਵੱਡੇ ਤਾਜ਼ੇ ਪਾਣੀ ਦੀ ਝੀਲ ਹੈ। ਇਹ ਝੀਲ ਤੁਸੀਂ ਜਿਵੇਂ ਆ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇਹਦੇ ਉੱਤੇ ਕੀ ਪਹਾੜੀਆਂ ਤੈਰ ਰਹੀਆਂ ਜੋ ਕਿ ਬਨਸਪਤੀ ਨਾਲ ਨਿਰਮਿਤ ਹੈ। ਆ ਜਿਹੜੀਆਂ ਪਹਾੜੀਆਂ ਉੱਪਰ ਤੈਰ ਰਹੀਆਂ ਬਿਲਕੁਲ ਉਹਦੇ ਉੱਤੇ ਬਹੁਤ ਸਾਰੀ ਬਨਸਪਤੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ।
ਇਹ ਝੀਲ ਆਪਣੇ ਉੱਤੇ ਤੈਰ ਰਹੀਆਂ ਤੇ ਪਹਾੜੀ ਬਨਸਪਤੀ ਕਾਰਨ ਬਹੁਤ ਜ਼ਿਆਦਾ ਪ੍ਰਸਿੱਧ ਹੈ ਤੇ ਲੋਕਾਂ ਦੀ ਜੀਵਨ ਰੇਖਾ ਹੈ, ਕਿਉਂਕਿ ਬਹੁਤ ਹੀ ਲੋਕ ਆਪਣੇ ਜੀਵਨ ਦੇ ਨਿਰਵਾਹ ਲਈ ਇਹਨਾਂ ਦੇ ਉੱਤੇ ਨਿਰਭਰ ਕਰਦੇ ਹਨ। ਤੇ ਕਿਉਂਕਿ ਇਹ ਬਿਲਕੁਲ ਤਾਜ਼ੇ ਪਾਣੀ ਦੀ ਝੀਲ ਹੈ, ਇਸ ਦੇ ਕੰਢੇ ਕਾਇਬੁਲ ਲੈਮ ਜੋ ਰਾਸ਼ਟਰੀ ਪਾਰਕ ਹੈ, ਸਾਡੇ ਬਹੁਤ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ, ਜੋ ਸੰਸਾਰ ਦਾ ਇੱਕ ਇਕਲੌਤਾ ਤੈਰਦਾ ਰਾਸ਼ਟਰੀ ਪਾਰਕ ਹੈ। ਠੀਕ ਹੈ, ਉਹਨੂੰ ਇਹ ਦਰਜਾ ਮਿਲਿਆ ਹੋਇਆ। ਇਸ ਦੇ ਕੰਢੇ ਤੇ ਬਹੁਤ ਸਾਰੇ ਜਿਵੇਂ ਜੀਵ ਜੰਤੂ, ਹਿਰਨ ਹੈ, ਸੰਘਾਈ, ਪਾਣੀ ਵਾਲੇ ਪੌਦਿਆਂ ਦੀਆਂ 233 ਪ੍ਰਜਾਤੀਆਂ, ਪੰਛੀਆਂ ਦੀਆਂ 100 ਅਤੇ ਜਾਨਵਰਾਂ ਦੀਆਂ 423 ਹੈ ਜਿਹੜੀਆਂ ਉਹ ਸਾਨੂੰ ਪ੍ਰਜਾਤੀਆਂ ਦੇਖਣ ਨੂੰ ਮਿਲਦੀਆਂ। ਇਹ ਦੇਖੋ ਆਪਣੇ ਆਪ 'ਚ ਹੀ ਇੱਕ ਵਿਲੱਖਣ ਪਹਿਚਾਣ ਪੇਸ਼ ਕਰ ਰਿਹਾ ਹੈ, ਜਿਹੜਾ ਇੱਕ ਕੁਦਰਤੀ ਅਜੂਬਾ ਹੈ। ਇਹ ਵਾਲੇ ਕੁਦਰਤੀ ਨਜ਼ਾਰੇ ਸਾਨੂੰ ਬਹੁਤ ਹੀ ਰੇਅਰ ਦੇਖਣ ਨੂੰ ਮਿਲਦੇ ਹੈ ਤੇ ਇਹਨਾਂ ਨੂੰ ਦੇਖਣ ਲਈ ਸਾਨੂੰ ਕੋਈ ਵੈਸੇ ਨਹੀਂ, ਸਾਨੂੰ ਸਿਰਫ ਉਹਨਾਂ ਦੀ ਚੀਜ਼ਾਂ ਦੀ ਜਾਂ ਸਾਇੰਟੀਫਿਕ ਰਿਸਰਚ ਦੀ ਲੋੜ ਪੈਂਦੀ ਹੈ ਕਿ ਹਾਂ ਇਹ ਕਿਵੇਂ ਨਿਰਮਿਤ ਹੋਏ, ਇੱਕ ਮਨੁੱਖ ਦੀ ਖੋਜ ਦਾ ਇੱਕ ਹਿੱਸਾ ਬਣ ਜਾਂਦੇ ਹੈ। ਤੇ ਅੱਗੇ ਵਿਦਿਆਰਥੀਓ ਆਪਾਂ ਗੱਲ ਕਰਦੇ ਹਾਂ ਦੁੱਧ ਸਾਗਰ ਝਰਨਾ। ਇਹ ਵੀ ਇੱਕ ਕੁਦਰਤੀ ਅਜੂਬਾ ਹੈ, ਠੀਕ ਹੈ, ਜੋ ਗੋਆ ਰਾਜ ਵਿੱਚ ਸਥਿਤ ਹੈ। ਜਿਵੇਂ ਇਹਦਾ ਜਿਹੜਾ ਨਾਮ ਹੈ, ਇਹਦੇ ਪਾਣੀ ਦੇ ਅਗਰ ਆਪਾਂ ਕਲਰ ਦੇਖੀਏ ਬਿਲਕੁਲ ਹੀ ਦੁੱਧ ਵਰਗਾ ਹੈ, ਬਿਲਕੁਲ ਪਾਣੀ ਦੁੱਧ ਵਰਗਾ ਹੈ, ਇਸ ਕਰਕੇ ਇਹਦਾ ਨਾਂ ਦੁੱਧ ਸਾਗਰ ਝਰਨਾ ਪਿਆ ਹੈ। ਇਹ ਗੋਆ ਰਾਜ ਵਿੱਚ ਸਥਿਤ ਹੈ ਅਤੇ ਸ਼ੰਡੋਵੀ ਨਦੀ ਤੇ ਬਣਿਆ ਆਬਸ਼ਾਰ ਰੂਪੀ ਝਰਨਾ ਹੈ। ਇਹ ਸਭ ਤੋਂ ਉੱਚੇ ਝਰਨਿਆਂ ਵਿੱਚੋਂ ਇੱਕ ਹੈ ਤੇ ਇਸ ਦੀ ਉਚਾਈ ਅਗਰ ਆਪਾਂ ਗੱਲ ਕਰੀਏ 316 ਮੀਟਰ ਤੇ ਚੌੜਾਈ 30 ਮੀਟਰ ਹੈ। ਇਸ ਵਿੱਚ ਦੁੱਧ ਵਰਗਾ ਪਾਣੀ ਵਗਦਾ ਹੈ, ਜਿਹੜਾ ਬਹੁਤ ਹੀ ਨਿਰਮਲ ਤੇ ਸਾਫ਼ ਹੁੰਦਾ ਹੈ। ਇਹ ਮੁਲੇਮ ਰਾਸ਼ਟਰੀ ਪਾਰਕ ਕੋਲ ਸਥਿਤ ਹੈ, ਜਿਹੜੀ ਸਾਡੀ ਸੰਸਕ੍ਰਿਤੀ ਦੀ ਵਿਰਾਸਤ ਦਾ ਇੱਕ ਹਿੱਸਾ ਹੈ। ਜਿਵੇਂ ਕਿ ਆ ਦੇਖੋ ਪਿਕਚਰ, ਬੜੀ ਹੀ ਧਿਆਨ ਨਾਲ ਤੁਸੀਂ, ਇਹ ਦੁੱਧ ਸਾਗਰ ਝਰਨਾ, ਇਹਦਾ ਪਾਣੀ ਹੈ ਵਿਦਿਆਰਥੀਓ, ਇਹ ਬਿਲਕੁਲ ਹੀ ਦੁੱਧ ਵਰਗਾ ਹੈ। ਕੁਦਰਤੀ, ਇਹ ਕੁਦਰਤੀ ਅਜੂਬੇ ਹਨ ਜਿਹੜੇ ਸਾਨੂੰ ਆਪਣੇ ਭਾਰਤ ਵਿੱਚ ਹੀ ਦੇਖਣ ਨੂੰ ਮਿਲਦੇ ਹੈ। ਅੱਗੇ ਵਿਦਿਆਰਥੀਓ ਗੱਲ ਕਰਦੇ ਹਾਂ ਆਪਾਂ ਚੁੰਬਕੀ ਪਹਾੜ। ਇਹ ਜਿਹੜੇ ਚੁੰਬਕੀ ਪਹਾੜ ਹੈ, ਇਹ ਗੁਰਤਾ ਵਾਲਾ ਖਿੱਚ ਵਾਲਾ ਪਹਾੜ ਹੈ। ਮੈਗਨੈਟਿਕ ਫੋਰਸ, ਜਿਵੇਂ ਆਪਾਂ ਨੂੰ ਇਹ ਖਿੱਚ ਦਾ ਕੇਂਦਰ ਹੈ। ਇਹ ਜਿਹੜੀ ਚੁੰਬਕੀ ਪਹਾੜ ਹੈ, ਇਹ ਲੱਦਾਖ ਵਿੱਚ ਪੈਂਦੇ ਆ ਤੇ ਇਸ ਕੋਲ ਲੰਘਣ ਵਾਲੇ ਮੋਟਰਸਾਈਕਲ, ਕਾਰਾਂ ਕਹਿੰਦੇ ਆ ਕਿ ਇਸ ਵੱਲ ਖੁਦ ਖਿੱਚੇ ਚਲੇ ਆਉਂਦੇ ਆ, ਕਿਉਂਕਿ ਇਹ ਮੈਗਨੈਟਿਕ ਢਲਾਨ ਹੈ ਜਿਹੜੀ ਇਸ ਵੱਲ ਜਾਂਦੀ ਸੜਕ ਢਲਾਨ ਵੱਲ ਜਾਣ ਦੇ ਬਾਵਜੂਦ ਐ ਲੱਗਦਾ ਕਿ ਉੱਪਰ ਨੂੰ ਖਿੱਚ ਰਹੇ ਆ ਇਹ ਸਾਨੂੰ। ਤੇ ਇਹ ਜਦੋਂ ਉੱਪਰ ਵੱਲ ਖਿੱਚਦੇ ਆ ਤਾਂ ਮੈਗਨੈਟਿਕ ਫੋਰਸ ਦਾ, ਇਹ ਕੁਦਰਤੀ ਤੌਰ ਤੇ ਹੈ, ਇਹ ਐਵੇਂ ਨਹੀਂ ਹੈ ਕਿ ਇਹਨਾਂ ਨੂੰ ਆਪਾਂ ਇੱਕ ਸ਼ਕਤੀ ਹੈ, ਮੈਗਨੈਟਿਕ ਫੋਰਸ ਇਹਨਾਂ ਨੂੰ ਉੱਪਰ ਵੱਲ ਨੂੰ ਖਿੱਚਦੀ ਹੈ ਤੇ ਇਹ ਭਰਮ ਪੈਦਾ ਕਰਦੀ ਹੈ ਕਿ ਇਸ ਜਿਹੜੀਆਂ ਪਹਾੜੀਆਂ ਦੇ ਵਿੱਚ ਇਸ ਤਰ੍ਹਾਂ ਦੀ ਸ਼ਕਤੀ ਹੈ ਜਿਹੜੀ ਸਾਨੂੰ ਖੁਦ ਅਸੀਂ ਉਹਦੇ ਵੱਲ ਖਿੱਚੇ ਚਲੇ ਆਉਂਦੇ ਆ। ਇਹ ਜਿਹੜੇ ਸਾਡੇ, ਇੱਕ ਵਾਰ ਅਗਰ ਆਪਾਂ ਰਿਪੀਟ ਕਰੀਏ ਇਹਨਾਂ ਸਾਰੀਆਂ ਚੀਜ਼ਾਂ ਨੂੰ, ਜਿਵੇਂ ਆਪਾਂ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਆਪਾਂ ਲੋਨਾਰ ਝੀਲ, ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਦਿੱਖ ਆਪਾਂ ਨੂੰ ਦਿਖਦੀ ਹੈ ਤੇ ਇੱਕ ਕੁਦਰਤੀ ਅਜੂਬਾ। ਦੂਜੇ ਆਪਾਂ ਗੱਲ ਕਰਦੇ ਹਾਂ ਬੋਰ ਗੁਫਾਵਾਂ, ਠੀਕ ਹੈ, ਇਹ ਆਪਣੇ ਆਪ 'ਚ ਇੱਕ ਕੁਦਰਤੀ ਅਜੂਬਾ ਹੈ। ਤੀਜਾ ਆਪਾਂ ਗੱਲ ਕਰਦੇ ਹਾਂ ਨਿਗੋਜ਼ ਦੇ ਦਰਿਆਈ ਟੋਏ, ਜੋ ਆਪਣੇ ਆਪ ਵਿੱਚ ਹੀ ਇੱਕ ਬਹੁਤ ਜ਼ਿਆਦਾ ਕੁਦਰਤੀ ਨਜ਼ਾਰਾ ਪੇਸ਼ ਕਰਦੇ हैं। फिर ਆਪਾਂ ਵਿਦਿਆਰਥੀਓ ਲੈਂਦੇ ਆ ਗੰਡੀ ਕੋਟਾ ਕੈਨੀਅਨ, ਜਿਹੜੀ ਕਿ ਯੂ ਆਕਾਰ ਦੀ ਘਾਟੀ ਦਾ ਰੂਪ ਹੈ। ਅੱਗੇ ਗੱਲ ਕਰਦੇ ਹਾਂ ਲੋਕ ਟਾਕ ਝੀਲ ਬਾਰੇ, ਜਿਹੜਾ ਕਿ ਆਪਣੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਇੱਕ ਬਹੁਤ ਹੀ ਤਾਜ਼ੇ ਪਾਣੀ ਦੀ ਝੀਲ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਦੁੱਧ ਸਾਗਰ ਝਰਨਾ, ਕਿ ਜਿਹਦਾ ਪਾਣੀ ਆਪਾਂ ਦੁੱਧ ਵਰਗਾ ਲੈਂਦੇ ਹਾਂ। ਅੱਗੇ ਗੱਲ ਕਰਦੇ ਹਾਂ ਵਿਦਿਆਰਥੀਓ ਚੁੰਬਕੀ ਪਹਾੜ, ਜਿਹੜੇ ਆਟੋਮੈਟਿਕਲੀ ਹੀ ਸਾਨੂੰ ਸਾਰਿਆਂ ਨੂੰ ਆਪਣੇ ਵੱਲ ਖਿੱਚਦੇ ਆ। ਅੱਗੇ ਆਪਾਂ ਗੱਲ ਕਰਦੇ ਹਾਂ ਵਿਦਿਆਰਥੀਓ ਸਾਡੇ ਜਿਹੜੇ ਪਾਠ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ, ਉਹ ਹੈ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ। ਇਹਦਾ ਮਤਲਬ ਕੀ ਹੁੰਦਾ ਹੈ ਕਿ ਸਾਨੂੰ ਬਾਇਓਡਾਇਵਰਸਿਟੀ, ਚਾਹੇ ਉਹ ਜੀਵ ਜੰਤੂ ਹੈ, ਚਾਹੇ ਉਹ ਸਾਡੀ ਬਨਸਪਤੀ ਹੈ,
ਚਾਹੇ ਉਹ ਸਾਡੇ ਕੁਦਰਤੀ ਕੇਂਦਰ ਹੈ, ਚਾਹੇ ਉਹ ਸਾਡੇ ਸੱਭਿਆਚਾਰਕ ਕੇਂਦਰ ਹੈ, ਅਸੀਂ ਉਹਨਾਂ ਸਾਰਿਆਂ ਨੂੰ ਸਾਂਭ ਸੰਭਾਲ ਉਹਨਾਂ ਦੀ ਕਰਨੀ ਹੈ। ਦੇਖੋ, ਜੀਵ ਜੰਤੂਆਂ ਦੇ ਨਿਵਾਸ ਸਥਾਨਾਂ ਦੀ ਜਦੋਂ ਅਸੀਂ ਜੰਗਲ ਕੱਟਦੇ ਹਾਂ ਤਾਂ ਉਹਨਾਂ ਦੇ ਨਿਵਾਸ ਸਥਾਨਾਂ ਦੇ ਵਿੱਚ ਕਮੀ ਆਉਂਦੀ ਹੈ। ਮਨੁੱਖ ਕੀ ਕਰ ਰਿਹਾ ਹੈ? ਆਪਣੇ ਲਾਲਚ ਦੇ ਲਈ, ਜਿਹੜੇ ਆਪਣੇ ਕਹਿ ਲਓ ਆਪਣੀਆਂ ਲੋੜਾਂ ਦੇ ਲਈ ਬਹੁਤ ਸਾਰੀ ਕੁਦਰਤੀ ਬਨਸਪਤੀ, ਜਾਨਵਰ ਲੈ ਲਓ, ਉਹਨਾਂ ਦਾ ਬਹੁਤ ਜ਼ਿਆਦਾ ਲੁੱਟ ਉਹਨੇ ਮਚਾਈ ਹੋਈ ਹੈ ਸਿਰਫ ਆਪਣੇ ਲਾਲਚ ਦੇ ਲਈ। ਅਸੀਂ ਆਪਣੀ ਵਾਤਾਵਰਣ ਪ੍ਰਣਾਲੀ ਨੂੰ ਵੀ ਬਹੁਤ ਜ਼ਿਆਦਾ ਉਥਲ ਪੁਥਲ ਕੀਤਾ ਹੈ ਤੇ ਜਲਵਾਯੂ ਵਿੱਚ ਇਹਦੇ ਨਾਲ ਹੀ ਹੈ। ਦੇਖੋ, ਇੱਕ ਗਲੋਬਲ ਵਾਰਮਿੰਗ ਵਰਗਾ ਸਾਡੇ ਤੇ ਇੱਕ ਬਹੁਤ ਵੱਡਾ ਸੰਕਟ ਜਿਹੜਾ ਹੈ ਉਹ ਖੜਾ ਹੋ ਗਿਆ। ਸਾਡੇ ਗਲੇਸ਼ੀਅਰ ਦਿਨ ਪਰ ਦਿਨ ਪਿਘਲਦੇ ਜਾ ਰਹੇ हैं। ਇੱਕ ਇਹੋ ਜਿਹਾ ਟਾਈਮ ਆਊਗਾ, ਠੀਕ ਹੈ, ਉਹ ਪਿਘਲ ਕੇ ਕਹਿੰਦੇ ਆ ਕਿ ਉਹ ਸਮੁੰਦਰ ਦਾ ਰੂਪ ਧਾਰਨ ਕਰ ਲੈਣਗੇ ਤੇ ਜਲਵਾਯੂ ਵਿੱਚ ਬਦਲਾਵ, ਇਹ ਸਾਡੇ ਜਲਵਾਯੂ ਵਿੱਚ ਦੇਖੋ ਬਹੁਤ ਜ਼ਿਆਦਾ ਗਰਮੀ ਹੈ ਕਹਿ ਲਓ। ਜਿਹੜੇ ਇਲਾਕਿਆਂ ਦੇ ਵਿੱਚ ਵਾਤਾਵਰਣ ਜਾਂ ਕਹਿ ਲਓ ਦਰਖਤ ਜਾਂ ਹੋਰ ਪ੍ਰਜਾਤੀਆਂ ਨਹੀਂ ਮਿਲਦੀਆਂ, ਉਹ ਆਲੇ ਦੁਆਲੇ ਦੇ ਖੇਤਰ ਲਈ ਇੱਕ ਖਤਰਾ ਬਣ ਜਾਂਦੇ ਆ। ਉੱਥੇ ਬਹੁਤ ਜ਼ਿਆਦਾ ਤਪਸ਼ ਜਿਹੜਾ ਮਨੁੱਖ ਹੈ ਉਹ ਮਹਿਸੂਸ ਕਰਦਾ ਹੈ ਤੇ ਆਪਾਂ ਕੀ ਕਰਦੇ ਹਾਂ? ਜੀਵ ਜੰਤੂਆਂ ਦਾ ਨਜਾਇਜ਼ ਸ਼ਿਕਾਰ ਕਰਦੇ ਹਾਂ, ਜਿਹੜੀ ਕਿ ਸਾਡੀ ਜੈਵ ਵਿਭਿੰਨਤਾ ਦਾ ਇੱਕ ਬਹੁਤ ਵੱਡਾ ਹਿੱਸਾ ਹੈ। ਠੀਕ ਹੈ, ਆਪਾਂ ਨੂੰ ਕੀ ਕਰਨਾ ਹੈ? ਇਹਨਾਂ ਸਾਰਿਆਂ ਨੂੰ ਬਚਾ ਕੇ ਰੱਖਣਾ ਹੈ। ਇਹਨਾਂ ਦੇ ਜਿਹੜੇ ਕੁਦਰਤੀ ਨਿਵਾਸ ਸਥਾਨ ਹੈ ਉਹਨਾਂ ਨੂੰ ਐਜ਼ ਇਟ ਇਜ਼ ਬਰਕਰਾਰ ਰੱਖਣਾ ਹੈ, ਜਿਹੋ ਜਿਹੇ ਵਾਤਾਵਰਣ ਦੇ ਵਿੱਚ ਉਹ ਜਿਉਂਦੇ ਹੈ। ਇਸ ਨੂੰ ਬਚਾਉਣ ਲਈ ਇਹਨਾਂ ਦੀ ਲਗਾਤਾਰ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ ਤੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈ, ਆਪਾਂ ਜਿਵੇਂ ਕਹਿ ਰਹੇ ਸੀਗੇ ਕਿ ਪਾਣੀ ਬੋਤਲਾਂ 'ਚ ਮਿਲਦਾ, ਇਹ ਇੱਕ ਸੁਪਨਾ ਸੀਗਾ, ਪਰ ਅੱਜ ਉਹ ਗੱਲ ਸੱਚ ਹੋ ਗਈ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਜੇ ਅਸੀਂ ਇਹਦੀ ਰਹਿਮਤ ਪਾ ਸਕਦੇ ਹਾਂ ਤਾਂ ਹੀ ਹੈ, ਅਗਰ ਆਪਾਂ ਇਹਨਾਂ ਨੂੰ ਬਚਾ ਕੇ ਰੱਖ ਸਕਦੇ ਹਾਂ। ਸਾਡੇ ਲਈ ਕੁਦਰਤੀ ਜੀਵ ਜੰਤੂ, ਬਨਸਪਤੀ, ਦੇਖੋ ਉਹਨਾਂ ਦਾ ਵਾਤਾਵਰਣ ਦੇ ਨਾਲ ਇੱਕ ਬਹੁਤ ਜ਼ਿਆਦਾ ਵੱਡਾ ਸਾਂਝਾ ਰਿਲੇਸ਼ਨਸ਼ਿਪ ਹੁੰਦਾ ਹੈ। ਜਿਹੋ ਜਿਹਾ ਵਾਤਾਵਰਣ ਹੁੰਦਾ ਹੈ ਉਹੋ ਜਿਹੀ ਆਪਾਂ ਬਨਸਪਤੀ ਪਾਉਂਦੇ ਹਾਂ ਤੇ ਉਹੋ ਜਿਹੇ ਆਪਾਂ ਜੀਵ ਜੰਤੂ ਪਾਉਂਦੇ ਹਾਂ। ਇਹ ਸਾਡੀ ਕੁਦਰਤੀ ਸੰਤੁਲਨ ਦਾ ਇੱਕ ਹਿੱਸਾ ਹੈ। ਇਹ ਵੈਸੇ ਵੀ ਕੁਦਰਤੀ ਤੌਰ ਤੇ ਦੇਖੋ, ਟੁੰਡਰਾ ਇਲਾਕਿਆਂ ਵਿੱਚ ਇੱਕ ਅਲੱਗ ਤਰ੍ਹਾਂ ਦੇ ਜੀਵ ਜੰਤੂ ਤੇ ਇੱਕ ਅਲੱਗ ਤਰ੍ਹਾਂ ਦੀ ਬਨਸਪਤੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਉਵੇਂ ਲੈ ਲਓ, ਭੂ-ਮੱਧ ਰੇਖੀਏ ਜਿਹੜੇ ਵਣ ਹੈ ਉੱਥੇ ਚੌੜੇ ਪੱਤਿਆਂ ਵਾਲੇ ਸਦਾਬਹਾਰ ਵਣ ਮਿਲਦੇ ਹੈ। ਉਸ ਤਰ੍ਹਾਂ ਦੀ ਉੱਥੇ ਬਹੁਤ ਜ਼ਿਆਦਾ ਹਾਥੀ, ਇਸ ਤਰ੍ਹਾਂ ਦੇ ਸਾਨੂੰ ਬਹੁਤ ਸਾਰੇ ਜਾਨਵਰ ਆਪਾਂ ਨੂੰ ਮਿਲਦੇ ਹੈ। ਇਹਨਾਂ ਸਾਰਿਆਂ ਦੀ ਆਪਣੇ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਕਹਿ ਲਓ ਸਾਡੇ ਵਾਤਾਵਰਣ ਦੇ ਵਿੱਚ ਆਪਣੀ ਇੱਕ ਅਹਿਮੀਅਤ ਹੈ। ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣਾ ਹੈ। ਅਗਰ ਆਪਾਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਹਾਂ, ਜਿਵੇਂ ਆਪਾਂ ਪਿਛਲੇ ਮੈਪ ਦੇ ਵਿੱਚ ਦੇਖਿਆ ਹੈ, ਜਿਹੜੇ ਸੰਸਾਰ ਨੇ ਆਪਾਂ ਨੂੰ ਯੂਨੈਸਕੋ ਨੇ ਜਿਹੜੇ 40 ਵਿਰਾਸਤੀ ਕੇਂਦਰ ਦਿੱਤੇ ਹੈ, ਜਿਵੇਂ ਕੋਲਡ ਡੈਜ਼ਰਟ ਹੈ, ਇਹ ਠੰਡਾ ਮਾਰੂਥਲ ਹੈ। ਇੱਥੇ ਇਸ ਤਰ੍ਹਾਂ ਦੀ ਬਨਸਪਤੀ, ਇਹ ਆਪਣੇ ਆਪ 'ਚ ਇੱਕ ਵਿਲੱਖਣ ਜਿਹੜੀ ਉਹ ਦ੍ਰਿਸ਼ ਹੈ ਉਹ ਪੇਸ਼ ਕਰਦਾ ਹੈ। ਨੰਦਾ ਦੇਵੀ ਹੈ, ਇਹ ਕੁਦਰਤੀ ਇੱਥੇ ਇੱਕ ਪਰਬਤ ਤੇ ਪਰਬਤ ਦੇ ਆਲੇ ਦੁਆਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਨੂੰ ਜੀਵ ਜੰਤੂ ਤੇ ਬਨਸਪਤੀ ਦੇਖਣ ਨੂੰ ਮਿਲਦੀ ਹੈ, ਜਿਹੜੀ ਇੱਕ ਵਿਲੱਖਣ ਆਪਣਾ ਸਥਾਨ ਰੱਖਦੀ ਹੈ। ਅੱਗੇ ਕਹਿ ਲਓ ਆਪਾਂ ਡਿਬਰੂ, ਇਹ ਜਿਹੜਾ ਡਿਬਰੂਗੜ੍ਹ ਹੈ ਪੱਛਮੀ ਬੰਗਾਲ ਦਾ ਇੱਕ ਹਿੱਸਾ ਹੈ। ਠੀਕ ਹੈ, ਇਹ ਸਾਰੇ ਜਿੰਨੇ ਵੀ ਅੱਜ ਪੰਚਮੜੀ ਲੈ ਲਓ, ਇੱਥੇ ਕੱਛ ਦਾ ਮਾਰੂਥਲ ਲੈ ਲਓ। ਦੇਖੋ, ਭਾਰਤ ਇੱਕ ਵਿਲੱਖਣਤਾ ਵਾਲਾ ਦੇਸ਼ ਹੈ। ਇੱਕ ਪਾਸੇ ਇੱਥੇ ਲੈ ਲਓ ਹਿਮਾਲਯ ਦੀਆਂ ਬਹੁਤ ਉੱਚੇ, ਸੰਸਾਰ ਦੇ ਇੱਕ ਪਾਸੇ ਉੱਚੇ ਪਰਬਤ ਪਾਏ ਜਾਂਦੇ ਹੈ। ਇੱਕ ਵਿਲੱਖਣ ਤਰੀਕੇ ਦੀ ਬਨਸਪਤੀ ਇਸ ਜਗ੍ਹਾ ਤੋਂ ਆਪਾਂ ਨੂੰ ਮਿਲਦੀ ਹੈ। ਜੈਵਿਕ ਵਿਭਿੰਨਤਾ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਮਾਰੂਥਲੀ ਇਲਾਕਾ ਲੈ ਲਓ ਰਨ ਆਫ ਕੱਛ ਦਾ, ਤੇ ਇੱਥੇ ਵੀ ਕਹਿ ਲਓ ਰੇਗਿਸਤਾਨ ਹੈ। ਰੇਗਿਸਤਾਨ ਦੇ ਆਹ ਵਾਲਾ ਜਿਹੜਾ ਇਲਾਕਾ ਹੈ, ਥਾਰ ਮਾਰੂਥਲ ਦਾ ਇਲਾਕਾ ਹੈ, ਇੱਥੇ ਇੱਕ ਵਿਲੱਖਣ ਤਰ੍ਹਾਂ ਦੇ ਸਾਨੂੰ ਜੀਵ ਜੰਤੂ ਤੇ ਬਨਸਪਤੀ ਦੇਖਣ ਨੂੰ ਮਿਲਦੀ ਹੈ।
ਤੇ ਸਾਡੇ ਭਾਰਤ ਦੇ ਵਿੱਚ ਕਿੰਨੀਆਂ ਸਾਰੀਆਂ ਜੀਵ ਰੱਖਾਂ ਹੈ ਜਿਨ੍ਹਾਂ ਵਿੱਚ ਜੀਵ ਜੰਤੂਆਂ ਨੂੰ, ਬਨਸਪਤੀ ਨੂੰ ਕੁਦਰਤੀ ਤਰੀਕੇ ਤੇ ਰੱਖਿਆ ਜਾਂਦਾ। ਉਹਨਾਂ ਦੀ ਸਾਂਭ ਸੰਭਾਲ ਲਈ ਆਪਾਂ ਹੁਣ ਜ਼ਰੂਰ ਆਪਾਂ ਇੱਕ ਪਲੈਨਿੰਗ ਦੇ ਨਾਲ ਚੱਲਦੇ ਹਾਂ। ਜਿੰਨੇ ਵੀ ਤੇ ਆਪਾਂ ਐ ਕਹਿ ਲਓ ਸਾਡੀ ਸਾਰੀ ਮਾਨਵ ਜਾਤੀ ਦਾ ਇਹ ਫਰਜ਼ ਬਣਦਾ ਹੈ, ਜਿੰਨੇ ਵੀ ਜੈਵ ਰੱਖਿਅਕ ਖੇਤਰ ਹੈ, ਬਾਇਓਸਫੀਅਰ ਰਿਜ਼ਰਵਸ ਹੈ, ਠੀਕ ਹੈ, ਇਹਨਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੇ ਉੱਤੇ ਹੈ। ਇਹ ਇੱਕ ਸਾਡੇ ਨੈਤਿਕ ਐ ਕਹਿ ਲਓ ਮੁੱਲ ਨੂੰ ਉਜਾਗਰ ਕਰਦੇ ਹੈ, ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਕਈ ਦੇਖੋ ਅਸੀਂ ਸਾਰਿਆਂ ਨੇ ਬਹੁਤ ਘੱਟ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਜਾਣਕਾਰੀ ਪ੍ਰਾਪਤ ਕੀਤੀ ਸੀਗੀ, ਖਾਸ ਕਰ ਆ ਜਿਹੜੇ ਕੁਦਰਤੀ ਆਪਾਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਕੁਦਰਤੀ ਅਜੂਬੇ ਅਗਰ ਆਪਾਂ ਦੇਖ ਸਕੀਏ ਤਾਂ ਬਹੁਤ ਵਧੀਆ ਗੱਲ ਹੈ ਤੇ ਆਪਣੀ ਸਟੱਡੀ ਦਾ ਇੱਕ ਹਿੱਸਾ ਹੈ। ਅਸੀਂ ਬਾਇਓਜੀਓਗ੍ਰਾਫੀ ਨੂੰ ਜਦੋਂ ਇਸ ਸਿਲੇਬਸ ਦੇ ਵਿੱਚ ਸ਼ਾਮਿਲ ਕੀਤਾ ਹੈ ਤਾਂ ਸਾਡਾ ਇਹੀ ਮਕਸਦ ਸੀਗਾ ਕਿ ਇਹਨਾਂ ਜਿਹੜੇ ਸਾਰੇ ਇਲਾਕੇ ਹੈ ਇਹਨਾਂ ਨੂੰ ਪਛਾਣ ਕੇ ਇਹਨਾਂ ਦੀ ਸਟੱਡੀ ਵੱਲ ਆਪਣਾ ਧਿਆਨ ਜਾ ਸਕੇ ਤੇ ਇਹਨਾਂ ਨੂੰ ਸਟੱਡੀ ਦਾ ਇੱਕ ਹਿੱਸਾ ਤਾਂ ਬਣਾਇਆ ਹੈ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ 'ਚ ਇਹਨਾਂ ਨੂੰ ਅਗਰ ਆਪਣੀ ਮਨੁੱਖ ਨੂੰ ਹੋਂਦ ਨੂੰ ਅਸੀਂ ਬਚਾਉਣਾ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਕਰਾਰ ਰੱਖਣਾ ਹੈ। ਤੇ ਐ ਨਹੀਂ ਇਕੱਲਾ ਜੀਵ ਕੁਦਰਤੀ ਵਾਤਾਵਰਣ ਨੂੰ ਬਚਾ ਕੇ ਰੱਖਣਾ ਹੈ, ਜਿੰਨੇ ਵੀ ਸਾਡੇ ਪੁਰਾਣੇ ਰੀਤੀ ਰਿਵਾਜ ਹੈ ਜਾਂ ਐ ਕਹਿ ਲਓ ਨ੍ਰਿਤ ਹੈ ਜਿਹੜੇ ਕਿ ਭਾਰਤ ਨੂੰ ਇੱਕ ਵਿਲੱਖਣਤਾ ਦਾ ਅੰਗ ਮੰਨਦੇ ਹੈ, ਠੀਕ ਹੈ, ਜਿਹੜਾ ਭਾਰਤ ਦੁਨੀਆ ਦਾ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜਿਹਨੂੰ ਬਹੁਤ ਜ਼ਿਆਦਾ ਜੈਵਿਕ, ਚਾਹੇ ਉਹ ਕੁਦਰਤੀ ਹੋਏ ਚਾਹੇ ਉਹ ਸੱਭਿਆਚਾਰਕ ਹੋਏ। ਦੇਖੋ ਭਾਰਤ ਦੇ ਵਿੱਚ 28 ਰਾਜ ਹੈ, 28 ਰਾਜਾਂ ਦੀ ਆਪਣੀ ਆਪਣੀ ਭਾਸ਼ਾ, ਆਪਣੇ ਆਪਣੇ ਉਹਨਾਂ ਦੇ ਜਿਹੜੇ ਸਥਾਨ ਹੈ ਤੇ ਆਪਣੇ ਆਪਣਾ ਨ੍ਰਿਤ ਹੈ, ਲੋਕ ਨਾਚ ਕਹਿ ਸਕਦੇ ਹਾਂ ਆਪਾਂ ਇਹਨੂੰ, ਇੱਕ ਅਲੱਗ ਤਰ੍ਹਾਂ ਦੀ ਭਾਸ਼ਾ ਤੇ ਅਲੱਗ ਤਰ੍ਹਾਂ ਦਾ ਕਲਚਰ ਦੇਖਣ ਨੂੰ ਮਿਲਦਾ ਹੈ। ਕੱਲਾ ਬਾਇਓਜੀਓਗ੍ਰਾਫੀ ਵਿੱਚ ਆਪਾਂ ਇਹੀ ਸਿਰਫ ਗੱਲ ਨਹੀਂ ਕਰਦੇ ਕਿ ਅਸੀਂ ਆਪਣੇ ਜਿਹੜੇ ਕੁਦਰਤੀ ਚੀਜ਼ਾਂ ਉਹਨਾਂ ਨੂੰ ਬਚਾ ਕੇ ਰੱਖਣਾ ਹੈ, ਸਗੋਂ ਜਿਹੜੀਆਂ ਸੱਭਿਆਚਾਰਕ ਚੀਜ਼ਾਂ ਹੈ, ਜਿਹੜੀ ਸਾਡੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ, ਉਹਨਾਂ ਨੂੰ ਵੀ ਆਪਾਂ ਬਚਾ ਕੇ ਰੱਖਣਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਹੈ ਉਹ ਇਹਨਾਂ ਚੀਜ਼ਾਂ ਨੂੰ ਯਾਦ ਰੱਖ ਸਕਣ। ਹੁਣ ਅਸੀਂ ਕੀ ਲੈਂਦੇ ਹਾਂ ਬਾਇਓਜੀਓਗ੍ਰਾਫੀ, ਜੋ ਕਿ ਤੁਸੀਂ ਪਹਿਲਾਂ ਜਾਣਦੇ ਹੋ, ਇੱਕ ਜਾਨਦਾਰ ਵੱਧਦੀਆਂ ਤੇ ਧੜਕਦੀਆਂ ਜ਼ਿੰਦਗੀਆਂ ਦੀਆਂ ਅਧਿਐਨ ਕਰਦੇ ਹਾਂ। ਆਪਾਂ ਨੂੰ ਉਹਨਾਂ ਦਾ ਸੰਬੰਧ ਆਪਾਂ ਵਾਤਾਵਰਣ ਦੇ ਲੈ ਕੇ ਤੁਰਦੇ ਹਾਂ ਵੀ ਉਹ ਕਿਹੋ ਜਿਹੇ ਵਾਤਾਵਰਣ ਦੇ ਵਿੱਚ ਨਿਵਾਸ ਕਰਦੀਆਂ। ਉਹ ਜ਼ਰੂਰ ਸਾਡੀ ਸੰਸਕ੍ਰਿਤੀ ਦਾ ਇੱਕ ਹਿੱਸਾ ਹੈ, ਲੇਕਿਨ ਨਾਲ ਦੀ ਨਾਲ ਅਗਰ ਆਪਾਂ ਮਨੁੱਖ ਦੀ ਹੋਂਦ ਨੂੰ ਬਚਾ ਕੇ ਰੱਖਣਾ ਹੈ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਬਚਾ ਕੇ ਰੱਖਣਾ ਹੈ, ਉਹਦੇ ਲਈ ਇੱਕ ਪੂਰਾ ਫਰੇਮਵਰਕ ਕਰਨ ਦੀ ਲੋੜ ਹੈ ਤੇ ਇੱਕ ਪ੍ਰੋਪਰ ਪਲੈਨਿੰਗ ਕਰਨ ਦੀ ਲੋੜ ਹੈ। ਚਾਹੇ ਉਹਦੇ ਲਈ ਯੂਨੈਸਕੋ ਦੁਆਰਾ ਵੀ ਸਾਨੂੰ ਬਹੁਤ ਸਾਰੇ ਜਿਹੜੇ ਆ ਤੁਸੀਂ ਦੇਖਿਆ ਹੋਣਾ ਫੰਡ ਜਿਹੜੇ ਹੈ ਉਹ ਪ੍ਰਾਪਤ ਹੋਏ ਹੈ ਤੇ ਉਹ ਤੋਂ ਬਾਅਦ ਤੇ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਸ ਹੈ ਇੱਕ ਤਰ੍ਹਾਂ ਤਾਂ ਉਹਨਾਂ ਦੀ ਇਨਕਮ 'ਚ ਵੀ ਵਾਧਾ ਹੁੰਦਾ ਹੈ। ਜਿੰਨੇ ਵੀ ਕੁਦਰਤੀ ਸਥਾਨਾਂ ਬਾਰੇ ਆਪਾਂ ਕੁਦਰਤੀ ਅਜੂਬਿਆਂ ਬਾਰੇ ਗੱਲ ਕੀਤੀ ਹੈ ਉਹ ਉਸ ਰਾਜ ਦੀ ਆਪਣੀ ਵਿਲੱਖਣਤਾ ਨੂੰ ਪੇਸ਼ ਕਰਦੇ ਆ ਤੇ ਬਹੁਤ ਸਾਰੇ ਵਿਗਿਆਨਿਕਾਂ ਦੀ ਖੋਜ ਦਾ ਇਹ ਹਿੱਸਾ ਬਣਦੇ ਆ। ਦੇਖੋ ਚੁੰਬਕੀ ਪਹਾੜ ਹੈ, ਇਹ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਸੀਗੇ, ਇਹਦਾ ਨਾਮ ਹੀ ਚੁੰਬਕੀ ਪਹਾੜ ਰੱਖਿਆ ਹੋਇਆ। ਤੇ ਦੁੱਧ ਸਾਗਰ ਝਰਨਾ, ਇਹ ਵੀ ਇੱਕ ਬਹੁਤ ਹੀ ਉਚਾਈ ਵਾਲਾ ਝਰਨਾ ਹੈ ਜਿਹਦਾ ਆਪਾਂ ਸਿਰਫ ਕਿਤਾਬਾਂ 'ਚ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ। ਆਪਾਂ ਇਹਨਾਂ ਚੀਜ਼ਾਂ ਦੀ ਪਹਿਚਾਣ ਕਰਕੇ ਇਹਨਾਂ ਦੇ ਜਿਹੜੇ ਜਿੰਨੇ ਵੀ ਇਹਦੀ ਮਹੱਤਤਾ ਹੈ ਉਹਨੂੰ ਬਰਕਰਾਰ ਰੱਖਣਾ ਹੈ ਤੇ ਇਹਨੂੰ ਆਪਣੀ ਖੋਜ ਦਾ ਇੱਕ ਹਿੱਸਾ ਬਣਾਉਣਾ ਹੈ। ਸਾਡੀ ਸਟੱਡੀ ਦੇ ਹਿੱਸੇ ਨਾਲ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੂਰੀਆਂ ਹੋਣਗੀਆਂ ਅਗਰ ਆਪਾਂ ਇਹਨਾਂ ਬਾਰੇ ਅਹਿਮ ਜਾਣਕਾਰੀ ਇਕੱਤਰਿਤ ਕਰਦੇ ਹਾਂ। ਇਹ ਸਾਰੀ ਜਾਣਕਾਰੀ ਸਾਨੂੰ ਕਿੱਥੋਂ ਮਿਲਦੀ ਹੈ? ਬਾਇਓਜੀਓਗ੍ਰਾਫੀ ਕੋਲੋਂ, ਠੀਕ ਹੈ। ਬਾਇਓਜੀਓਗ੍ਰਾਫੀ ਹੈ ਜਿਹੜੀ ਸਾਡੀ ਕਹਿ ਲਓ ਭੂਗੋਲ ਦਾ ਇੱਕ ਅਹਿਮ ਹਿੱਸਾ ਹੈ, ਠੀਕ ਹੈ। ਤੇ ਇਹ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਆਪਾਂ ਜਿਵੇਂ ਇਹ ਚੈਪਟਰ ਦੇ ਅਸੀਂ 2 ਹਿੱਸੇ ਬਣਾਏ ਸੀਗੇ। ਇਸ ਵਿੱਚ ਇੱਕ ਵਿੱਚ ਆਪਾਂ ਗੱਲ ਕੀਤੀ ਸੀਗੀ ਕੁਦਰਤੀ ਚੀਜ਼ਾਂ ਬਾਰੇ, ਜਿਹਦੇ ਵਿੱਚ ਜੈਵ ਵਿਭਿੰਨਤਾ ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ, ਤੇ ਉਹਨੂੰ ਰੱਖ ਰਖਾਵ ਕਿਵੇਂ, ਤੇ ਉਹਦੇ 'ਚ ਅਲੱਗ-ਅਲੱਗ ਤੇ ਸਾਡੇ ਵਰਲਡ ਲੈਵਲ ਤੇ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਤਾਂ ਕਿ ਇਹਨਾਂ ਬਾਇਓਜੀਓਗ੍ਰਾਫੀ ਦੀ ਹੋਂਦ ਨੂੰ ਅਸੀਂ ਬਰਕਰਾਰ ਰੱਖੀਏ, ਠੀਕ ਹੈ। ਅੱਗੇ ਜਿਹੜਾ ਹੈ ਸਾਡਾ ਹੁਣ ਜਿਹੜਾ ਅਸੀਂ
ਉਹ ਅਜੂਬੇ ਡਿਸਕਸ ਕੀਤੇ ਹੈ ਜਿਨ੍ਹਾਂ ਦੀ ਆਪਣੀ ਇੱਕ ਪਹਿਚਾਣ ਹੈ ਤੇ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਚਾ ਕੇ ਰੱਖਣਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਦਰ ਪੀੜ੍ਹੀ, ਠੀਕ ਹੈ, ਆਪਾਂ ਇਹਨਾਂ ਦੀ ਰਹਿਮਤ, ਜਿਹੜੀਆਂ ਪੀੜ੍ਹੀਆਂ ਹੈ ਇਹਨਾਂ ਦੀ ਰਹਿਮਤ ਪਾ ਸਕਣ। ਇਹ ਕੁਦਰਤੀ ਅਜੂਬੇ ਹੈ ਜਿਹੜੇ, ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਣਾ ਸਾਡੀ ਆਪਣੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਪਿਆਰੇ ਵਿਦਿਆਰਥੀਓ, ਜੋ ਵੀ ਆਪਾਂ ਇਸ ਪਾਠ ਦੇ ਵਿੱਚ ਪੜ੍ਹਿਆ ਹੈ ਉਹਦੇ ਵਿੱਚ ਅਗਰ ਆਪਾਂ ਇਹਦੀ ਪ੍ਰਸ਼ਨਾਵਲੀ ਦੇਖਦੇ ਹਾਂ, ਉਹਦੇ ਵਿੱਚ ਸਿੰਪਲ ਜਿਹੜੇ ਕੁਐਸਚਨਸ ਹੈ ਤੁਹਾਡੇ ਨਾਲ ਅਸੀਂ ਬਿਲਕੁਲ ਹੀ ਸਿੰਪਲ ਹੈ ਕਿ ਬਾਇਓ ਜੀਓਗ੍ਰਾਫੀ ਕੀ ਹੁੰਦੀ ਹੈ, ਇਹਨੂੰ ਕਿੰਨੇ ਭਾਗਾਂ ਵਿੱਚ ਆਪਾਂ ਵੰਡ ਸਕਦੇ ਹਾਂ, ਤਾਂ ਕਿਹੜੇ-ਕਿਹੜੇ 1 ਬਾਏ 1 ਆਪਾਂ ਤੁਹਾਨੂੰ ਜਿਹੜੇ ਆ ਕੁਦਰਤੀ ਅਜੂਬਿਆਂ ਬਾਰੇ ਭਾਰਤ ਦੇ ਗੱਲ ਕੀਤੀ ਸੀਗੀ, ਇਹਦੇ ਨਾਲ ਰਿਲੇਟਡ ਸਾਰੇ ਕੁਐਸਚਨਸ ਹੈ ਜੋ ਤੁਸੀਂ ਬੜੀ ਹੀ ਆਸਾਨੀ ਨਾਲ ਮੈਨੂੰ ਲੱਗਦਾ ਹੈ ਕਿ ਹੱਲ ਕਰ ਸਕਦੇ ਹੋ ਤੇ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਆਪਣੀ ਜਿਹੜੀ ਜਾਣਕਾਰੀ ਦੇ ਵਿੱਚ ਵਾਧਾ ਕਰ ਸਕਦੇ ਹੋ। ਮੈਨੂੰ ਆਸ ਹੈ ਕਿ ਤੁਸੀਂ ਇਹ ਜਿਹੜਾ ਪਾਠ ਹੈ ਬਹੁਤ ਹੀ ਤਰੀਕੇ ਨਾਲ ਇਹਨੂੰ ਸਮਝਿਆ ਹੋਊਗਾ ਤੇ ਤੁਸੀਂ ਇਸ ਕਾਬਿਲ ਹੋ ਜਾਓਗੇ ਕਿ ਤੁਸੀਂ ਜੈਵਿਕ ਵਿਭਿੰਨਤਾ ਤੇ ਸਾਡੇ ਸੱਭਿਆਚਾਰਕ ਵਿਭਿੰਨਤਾ ਜਾਂ ਐਂ ਕਹਿ ਲਓ ਜਿਹੜੇ ਅਜੂਬੇ ਹੈ ਉਹਨਾਂ ਬਾਰੇ ਤੁਹਾਨੂੰ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੋਵੇਗੀ ਤੇ ਇਹ ਸਾਡੀ ਸਟੱਡੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਹੈ। ਆਸ ਹੈ ਤੁਸੀਂ ਇਹਦੇ ਕੁਐਸਚਨ ਆਨਸਰਸ ਵੀ ਬਹੁਤ ਹੀ ਆਸਾਨ ਤਰੀਕੇ ਨਾਲ ਇਹਨੂੰ ਹੱਲ ਕਰ ਸਕੋਗੇ। ਧੰਨਵਾਦ।